ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਧਿਆਏ ਪੰਜਵਾ। ਦੋਹਰਾ। ਪ੍ਰਥਮ ਜਿਵਾਵੇ ਦਵਿਜਨ ਕੋ, ਪੁਨ ਗੋ ਬਾਂਧਵ ਆਪ। ਅਸਵ ਮੇਦ ਫਲ ਸੋ ਲਹੈ, ਪਾਵੈ ਸ੍ਰੇਸ਼ਟ ਪ੍ਰਤਾਪ। ਪ੍ਰਥਮ ਜਿਵਾਵੇ ਦਵਿਜਨ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਵਾਂ ਅਧਿਆਏ ਅੱਜ ਪ੍ਰਾਰੰਭ ਕਰਨ ਲੱਗੇ, ਜਿਸ ਵਿੱਚ ਚਾਣਕੇ ਰਿਸ਼ੀ ਸਾਨੂੰ ਬੜੀਆਂ ਸੋਹਣੀਆਂ ਜਿਹੜੀਆਂ ਉਦਾਹਰਨਾਂ ਪ੍ਰਮਾਣ ਦੇ ਕੇ ਸਿੱਖਿਆ ਦੇ ਰਹੇ ਹੈ। ਅੱਜ ਪੰਜਵਾਂ ਅਧਿਆਏ ਪੜ੍ਹਾਂਗੇ। ਆਓ ਪੰਜਵੇਂ ਅਧਿਆਏ ਵਿੱਚ ਕੀ ਸਿੱਖਿਆ ਹੈ ਉਸ ਨੂੰ ਵਿਚਾਰੀਏ। ਅਧਿਆਏ ਪੰਜਵਾਂ ਹੈ, ਦੋਹਰਾ ਛੰਦ ਹੈ। ਹਾਂਜੀ। ਪ੍ਰਥਮ ਜਿਵਾਵੇ ਦਵਿਜਨ ਕੋ। ਇਹ ਜਿਹੜਾ ਬਚਨ ਆ ਇਹ ਹਿੰਦੂ ਮਤ ਅਨੁਸਾਰ ਆ। ਠੀਕ ਆ ਜੀ। ਗੁਰਮਤਿ ਇਸ ਤੋਂ ਪਰੇ ਹੈ। ਉਹ ਚਾਣਕੇ ਰਿਸ਼ੀ ਸਨਾਤਨ ਮਤ ਦੇ ਮੁਤਾਬਕ ਕਹਿ ਰਹੇ ਕਿ ਭਾਈ ਭੋਜਨ ਤਿਆਰ ਕਰਕੇ, ਰੋਟੀ ਲੰਗਰ ਤਿਆਰ ਕਰਕੇ ਸਭ ਤੋਂ ਪਹਿਲਾਂ ਧਾਰਮਿਕ ਸ਼੍ਰੇਣੀ ਦਾ ਜਿਹੜਾ ਪੂਜਨੀਕ ਬ੍ਰਾਹਮਣ ਆ, ਦਵਿਜਿਆ, ਉਹਨੂੰ ਛਕਾਏ, ਉਹਨੂੰ ਖਵਾਉਣਾ ਕਰੇ। ਠੀਕ ਹੈ ਜੀ। ਜਵਾਵੇ ਦਾ ਅਰਥ ਛਕਾਉਣਾ ਕਰੇ, ਖਵਾਵੇ। ਪੁਨ ਗੋ ਬਾਂਧਵ ਆਪ। ਫਿਰ ਗੋ ਗਈਏ ਕਹੀਏ ਗਊ, ਗਊ ਨੂੰ ਜਾਂ ਗਊ ਗਰੀਬ ਨੂੰ। ਗਊ ਦਾ ਅਰਥ ਗਊ ਤੇ ਗਊ ਦਾ ਅਰਥ ਗਊ ਗਰੀਬ ਨੂੰ। ਅਤੇ ਬਾਂਧਵ ਕਹੀਏ, ਉਸ ਤੋਂ ਬਾਅਦ ਬਾਂਧਵ ਜਿਹੜੇ ਸੰਬੰਧੀ ਆਦਿਕ ਆ, ਰਿਸ਼ਤੇਦਾਰ ਆ, ਸਾਕ ਸੰਬੰਧੀ ਆ, ਘਰ ਆਏ ਜਿਹੜੇ ਸਾਕ ਸੰਬੰਧੀ ਮਹਿਮਾਨ ਆ, ਉਹਨਾਂ ਨੂੰ ਤੇ ਫਿਰ ਆਪ ਖਾਵੇ। ਅਸਵ ਮੇਦ ਫਲ ਸੋ ਲਹੈ। ਆ ਜਿਹੜੇ ਉੱਪਰ ਗੱਲਾਂ ਦਸੀਆਂ ਵੀ ਪਹਿਲਾਂ ਬ੍ਰਾਹਮਣ ਨੂੰ, ਫਿਰ ਗਊ ਗਰੀਬ ਨੂੰ ਜਾਂ ਗਊ ਨੂੰ, ਫਿਰ ਰਿਸ਼ਤੇਦਾਰਾਂ ਨੂੰ ਛਕਾਵੇ, ਘਰ ਆਇਆਂ ਨੂੰ, ਤੇ ਆਪ ਬਾਅਦ 'ਚ ਖਾਵੇ। ਇਹ ਸ੍ਰੇਸ਼ਟਾਚਾਰ ਦੀ ਨਿਸ਼ਾਨੀ ਆ। ਇਹ ਬੜੀ ਉੱਤਮਤਾਈ ਸਮਝਦਾਰੀ ਦੀ ਨਿਸ਼ਾਨੀ ਹੈ। ਅਸਵ ਮੇਦ ਫਲ ਸੋ ਲਹੈ। ਉਹਦਾ ਜਿਹੜਾ ਮਨੁੱਖ ਆ, ਐਸਾ ਕਰਨ ਵਾਲਾ ਜਿਹੜਾ ਕੰਮ ਕਰਦਾ ਹਮੇਸ਼ਾ ਹੀ, ਸੋ ਕਹੀਏ ਉਹ ਅਸਵ ਮੇਦ ਜਿਹੜਾ ਜੱਗ ਆ ਨਾ, ਹਿੰਦੂ ਮਤ ਵਿੱਚ ਜੋ ਪੁਰਾਣਾ ਵਿੱਚ ਜਿਹਦਾ ਮਹਾਤਮ ਲਿਖਿਆ ਹੈ, ਅਸਵ ਮੇਦ ਜੱਗ ਕਰਨ ਦੇ ਫਲ ਨੂੰ ਲਹੈ ਕਹੀਏ ਪ੍ਰਾਪਤ ਕਰਦਾ ਹੈ, ਲੈਂਦਾ ਹੈ, ਪਾਉਂਦਾ ਹੈ। ਪਾਵੈ ਸ੍ਰੇਸ਼ਟ ਪ੍ਰਤਾਪ। ਉਹ ਅਸਵ ਮੇਦ ਜੱਗ ਕਰਨ ਦਾ ਫਲ ਲਹਿ ਲੈਂਦਾ ਹੈ ਤੇ ਦੁਨੀਆ 'ਚ ਉਹ ਬਹੁਤ ਹੀ ਇਕਬਾਲ, ਵੱਡਾ ਜਿਹੜਾ ਸ੍ਰੇਸ਼ਟ, ਬਹੁਤ ਉੱਚਾ ਸੁੱਚਾ ਪ੍ਰਤਾਪ ਕਹੀਏ, ਜਸ, ਜਿਹੜੀ ਕੀਰਤੀ ਆ, ਉਹਨੂੰ ਪਾਉਂਦਾ ਹੈ। ਜਿਹੜਾ ਏਦਾਂ ਕਰਦਾ ਉਹਦਾ ਸ੍ਰੇਸ਼ਟ ਪ੍ਰਤਾਪ ਵੱਧਦਾ ਆ, ਸ੍ਰੇਸ਼ਟ ਪ੍ਰਤਾਪ ਨੂੰ ਪਾਉਂਦਾ, ਉਹ ਬੜੀ ਜਸ ਕੀਰਤੀ ਪ੍ਰਭਾਵ ਨੂੰ ਪਾਉਂਦਾ। ਅਸਵ ਮੇਦ ਜੱਗ ਜਿਹੜਾ ਉਹ ਕੀ ਹੁੰਦਾ ਵਾ ਵੀ ਪਹਿਲਾਂ ਤੇ ਆਣਾ ਪ੍ਰਥਮ ਜਵਾਵੇ ਦਵਿਜਨ ਕੋ। ਦਵਿਜਨ ਕਿਹਾ ਜਾਂਦਾ ਵਾ ਜਿਹੜਾ ਦੋਏ ਨਾਮ ਦੋ ਦਾ ਹੁੰਦਾ, ਜਿਹੜਾ ਦੋ ਵਾਰ ਜਿਸ ਦਾ ਜਨਮ ਹੋਇਆ ਹੋਵੇ। ਹਾਂ,
ਪਹਿਲਾਂ ਮਾਤਾ ਦੀ ਗਰਭ ਤੋਂ ਤੇ ਦੂਜਾ ਧਾਰਮਿਕ ਸੰਸਕਾਰ ਤੋਂ ਜਨਮ ਲੈਣਾ, ਉਹਨੂੰ ਕਿਹਾ ਦਵਿਜਣ। ਹਿੰਦੂ ਮਤ ਅਨੁਸਾਰ ਬ੍ਰਾਹਮਣ, ਖੱਤਰੀ ਅਤੇ ਵੈਸ, ਕਿਉਂਕਿ ਇਹਨਾਂ ਦਾ ਜਿਹੜਾ ਗਾਇਤਰੀ ਮੰਤਰ ਆ ਉਪਦੇਸ਼ ਨਾਲ ਜਨੇਊ ਸੰਸਕਾਰ ਹੁੰਦਾ। ਤੇ ਦਵੇਜ ਜਿਹੜਾ ਵਿਸ਼ੇਸ਼ ਕਰਕੇ ਬ੍ਰਾਹਮਣ ਲਈ ਵਰਤਿਆ ਜਾਂਦਾ ਸ਼ਬਦ, ਪਰ ਸਮਾਨ ਕਰਕੇ ਤਿੰਨਾਂ ਵਰਣਾਂ ਵਾਸਤੇ ਆਉਂਦਾ। ਤੇ ਖਾਲਸਾ ਧਰਮ ਅਨੁਸਾਰ ਖਾਲਸੇ ਵਿੱਚ ਤੇ ਸਾਰੇ ਅੰਮ੍ਰਿਤਧਾਰੀ ਜਿਹੜੇ ਸਿੱਖ ਆ, ਦਵਿਜ ਬ੍ਰਾਹਮਣ ਪਵਿੱਤਰ ਹੀ ਆ। ਬ੍ਰਾਹਮਣ ਨਾ ਪਵਿੱਤਰ ਦਾ ਹੁੰਦਾ ਨਾ। ਦਵਿਜ ਤੇ ਖਾਸ ਤੌਰ ਤੇ ਜਿਹੜਾ ਹਿੰਦੂ ਮਤ 'ਚ ਨਾ ਉਹ ਬ੍ਰਾਹਮਣ ਲਈ ਵਰਤੀ ਜਾਂਦਾ। ਤੇ ਸਿੱਖ ਤੇ ਸਾਰੇ ਹੀ ਹੁਣ ਬ੍ਰਾਹਮਣ ਹੀ ਆ ਜਿਹੜੇ ਅੰਮ੍ਰਿਤ ਛਕਿਆ, ਜਿਨ੍ਹਾਂ ਨੇ ਰਹਿਤ ਮਰਿਆਦਾ ਦੇ ਪੱਕੇ। ਤੇ ਉਹ ਦਵਿਜ ਨਾਮ ਫਿਰ ਵੀ ਜਿਹਦਾ 2 ਵਾਰ ਜਨਮ ਹੋਇਆ ਹੋਵੇ। ਬ੍ਰਾਹਮਣ ਵੇਲਾ ਪਹਿਲਾਂ ਮਾਤਾ ਦੀ ਗਰਭ 'ਚੋਂ ਪੈਦਾ ਹੁੰਦਾ, ਫਿਰ ਧਾਰਮਿਕ ਸੰਸਕਾਰ ਹੁੰਦਾ ਤੇ ਉਹ ਦਵਿਜ ਬਣਦਾ, ਚੰਗੀ ਵਿੱਦਿਆ ਦਾ ਮਾਲਕ ਬਣ ਕੇ। ਤੇ ਇੱਧਰ ਵੀ ਖਾਲਸੇ ਧਰਮ ਅਨੁਸਾਰ ਵੀ ਐਵੇਂ ਅੰਮ੍ਰਿਤਧਾਰੀ ਦਵਿਜ ਆ। ਕਿਵੇਂ? ਕਿਉਂਕਿ ਪਹਿਲਾਂ ਤੇ ਮਾਤਾ ਦੀ ਪੇਟ ਤੋਂ ਜਨਮ ਹੁੰਦਾ, ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਮਾਤਾ ਸਾਹਿਬ ਕੌਰ ਜੀ ਦੀ ਗੋਦ ਵਿੱਚ ਆ ਕੇ ਜਦੋਂ ਅੰਮ੍ਰਿਤ ਛਕਦੇ ਦੂਜਾ ਜਨਮ ਧਾਰਦੇ। ਸਤਿਗੁਰ ਕਹਿ ਜਨਮੇ ਗਵਨ ਮਿਟਾਇਆ। ਸਤਿਗੁਰੂ ਵੱਲੋਂ ਜਨਮ ਹੁੰਦਾ ਉਦੋਂ ਜਦੋਂ ਗੁਰੂ ਧਾਰਨ ਕਰੀਦਾ। ਹਾਂਜੀ। ਤੇ ਦੋ ਦਵਿਜ ਨਾਮ ਵੀ 2 ਵਾਰ ਜਨਮ ਹੋਣ ਦਾ। ਜਿਵੇਂ ਦੰਦ ਹੁੰਦੇ ਨਾ, ਦੰਦ ਵੀ 2 ਵਾਰ ਜਨਮ ਦੇ, ਕੱਟ ਟੁੱਟ ਜੇ ਫੇਰ ਪੈਦਾ ਹੁੰਦਾ। ਪੰਛੀ ਜਿਹੜਾ ਉਹ ਵੀ 2 ਵਾਰ ਜਨਮ ਦਾ ਹੋ ਗਏ। ਪਹਿਲਾਂ ਤੇ ਮਾਤਾ ਦੀ ਗਰਭ ਤੇ ਆਂਡਾ ਬਣਦਾ, ਆਂਡਾ ਬਾਹਰ ਆਉਂਦਾ, ਫਿਰ ਆਂਡੇ ਤੋਂ ਪੈਦਾ ਹੁੰਦਾ। ਇਸ ਪ੍ਰਕਾਰ 2 ਵਾਰ ਜਨਮ ਹੁੰਦਾ ਪੰਛੀ ਦਾ ਵੀ। ਪਹਿਲਾਂ ਮਾਂ ਦੀ ਪੇਟ ਤੋਂ ਆਂਡਾ, ਫਿਰ ਆਂਡੇ ਤੋਂ ਪੰਛੀ, 2 ਵਾਰੀ ਹੋ ਗਿਆ ਨਾ। ਇਸ ਕਰਕੇ ਕਹਿੰਦੇ ਪ੍ਰਥਮ ਸਭ ਤੋਂ ਪਹਿਲਾਂ ਜਵਾਵੇ, ਛਕਾਵੇ, ਖਵਾਵੇ ਕਿਹਨੂੰ? ਬ੍ਰਾਹਮਣ ਨੂੰ, ਸ੍ਰੇਸ਼ਟ ਪੁਰਸ਼ ਨੂੰ। ਰੋਟੀ ਤਿਆਰ ਕਰਕੇ ਪਹਿਲਾਂ ਕਿਸੇ ਲੋੜਵੰਦ ਭੁੱਖੇ ਗਰੀਬ ਜਿਹੜਾ ਨਾਮ ਰਸੀਆ ਉਹਨੂੰ ਛਕਾਵੇ। ਕੋਦਾਰਥ ਨੂੰ ਪੁੰਨ ਕਹੀਏ, ਫਿਰ ਗਊ ਨੂੰ, ਬੰਧ ਰਿਸ਼ਤੇਦਾਰਾਂ ਨੂੰ, ਫਿਰ ਆਪ ਖੁਦ ਖਾਣੀ ਕਰੇ। ਅਸਵਮੇਧ ਫਲ ਸੋਰਿਆ, ਉਹ ਅਸਵਮੇਧ ਜਗ ਦਾ ਫਲ ਲੈ ਲੈਂਦਾ ਹੈ। ਅਸਵਮੇਧ ਉਹ ਜਗ ਆ ਜਿਸ ਵਿੱਚ ਅਸਵ ਨਾਮ ਦਾ ਘੋੜੇ ਦਾ ਮੇਦ ਨਾਮ ਕਹਿੰਦਾ ਮੈਦਾ ਕੱਢ ਕੇ ਪਾਇਆ ਜਾਂਦਾ। ਮਤਲਬ ਮੇਦ ਨਾਮ ਮਾਰਨ ਦਾ ਵੀ ਹੁੰਦਾ। ਜਿਸ ਜੱਗ ਵਿੱਚ ਘੋੜੇ ਨੂੰ ਮਾਰਿਆ ਜਾਵੇ ਤੇ ਜੱਗ ਜਿਹੜਾ ਘੋੜੇ ਦੀ ਕੁਰਬਾਨੀ ਦਾ ਅਸਵ ਨਾਮ ਘੋੜੇ ਦਾ ਹੀ, ਜਿਸ ਵਿੱਚ ਘੋੜੇ ਨੂੰ ਮਾਰਿਆ ਜਾਵੇ। ਤੇ ਪਹਿਲਾਂ ਜਦੋਂ ਜਾਗੇ ਕੀਤੇ ਜਾਂਦੇ 2 ਸੰਕਲਪਾਂ ਨਾਲ ਕੀਤੇ ਜਾਂਦੇ ਸੀ। 2 ਸੰਕਲਪਾਂ ਦਾ ਖਿਆਲ ਲੈ ਕੇ। ਇੱਕ ਤਾਂ ਸਾਰੇ ਦੇਸ਼ ਵਿੱਚ ਵੀ ਮੇਰਾ ਰਾਜ ਭਾਗ, ਮੇਰੀ ਹਕੂਮਤ ਹੋਵੇ। ਇਹ ਤੇ ਬਹੁਤ ਸਾਖੀਆਂ ਵੀ ਆਉਂਦੀਆਂ। ਬਲ ਰਾਜੇ ਨੇ ਵੀ ਅਸਵਮੇਧ ਜੱਗ ਕੀਤਾ ਸੀ। ਹਰਿੰਦਰ ਦੇਵਤੇ ਨੂੰ ਜਿਹੜੀ ਪਦਵੀ ਉਹਨੂੰ ਪ੍ਰਾਪਤ ਹੁੰਦੇ ਸਨ, ਤਾਂਹੀਓ ਇੰਦਰ ਦੇਵਤਾ ਭੰਗ ਪਾਉਂਦਾ ਰਿਹਾ। ਤੇ ਦੂਜਾ ਸੰਤਾਨ ਦੀ ਪ੍ਰਾਪਤੀ ਲਈ ਕੀਤਾ ਜਾਂਦਾ। ਇਹ ਅਸਵਮੇਧ ਜਿਹੜਾ ਕਰਮ ਆ ਨਾ, ਫਲਦਾਰ ਕਰਮ ਦਾ, ਅਸਵਮੇਧ ਕਰਮ ਦਾ ਫਲ ਉਹ ਲੈਂਦਾ ਪੁਰਸ਼। ਇੱਧਰ ਤੇ ਇੱਦਾਂ ਕਿਹਾ ਤੇ ਉੱਧਰ ਭਾਈ ਗੁਰਦਾਸ ਜੀ ਲਿਖਦੇ ਅਸਵਮੇਧ ਜਗ ਫਲ, ਜਿਹੜਾ ਵੀ ਅਸਵਮੇਧ ਜਗ ਫਲ ਸਿੱਖ ਕੋ ਜਵਾਏਗਾ। ਇੱਕ ਸਿੱਖ ਨੂੰ ਹੀ ਭੋਜਨ ਛਕਾਉਣ ਦਾ ਢੰਗ ਨਾਲ, ਸ਼ਰਧਾ ਨਾਲ ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੋ ਰਖੇ, ਤਾਂ ਅਸਵਮੇਧ ਜਗ ਫਲ ਸਿੱਖ ਕੋ ਜਵਾਏਗਾ। ਐਡਾ ਵੱਡਾ ਫਲ ਆ। ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦਿਓ ਸ਼ਰਧਾ ਭਾਵਨਾ ਨਾਲ ਤੇ ਅਸਵਮੇਧ ਜਗ ਦਾ ਫਲ ਲੈ ਲਓਗੇ ਤੁਸੀਂ। ਪਾਵੈ ਸ੍ਰੇਸ਼ਟ ਪ੍ਰਤਾਪ, ਉਹ ਕਹਿੰਦੇ ਸ੍ਰੇਸ਼ਟ ਭਾਵ ਬਹੁਤ ਉੱਚਾ ਸੁੱਚਾ, ਸ੍ਰੇਸ਼ਟ। ਪ੍ਰਤਾਪ ਜਸ ਪਾਉਂਦਾ ਹੈ। ਪ੍ਰਤਾਪ ਦਾ ਅਰਥ ਕੀਰਤੀ ਪਾਉਂਦਾ ਹੈ। ਪ੍ਰਤਾਪ ਦਾ ਅਰਥ ਪ੍ਰਭਾਵ ਵੀ ਹੁੰਦਾ, ਉਹ ਵੀ ਪਾਉਂਦਾ ਹੈ।
ਪ੍ਰਤਾਪ ਦਾ ਅਰਥ ਵੀਰਤਾ, ਬਹਾਦਰੀ ਆਂਦੇ ਨਾ, ਤਾਂ ਬੜਾ ਪ੍ਰਤਾਪੀ ਹੈ, ਭਾਵ ਬੜਾ ਬਹਾਦਰੀ ਵਾਲਾ। ਇਸ ਤਰ੍ਹਾਂ ਉਹ ਸਾਰੇ ਪੱਖਾਂ ਨੂੰ ਪਾਉਂਦਾ, ਸ੍ਰੇਸ਼ਟ ਪੱਖ ਪ੍ਰਤਾਪ ਜਸ ਨੂੰ ਪਾਉਂਦਾ ਹੈ, ਇਹ ਕਹਿ ਰਹੇ। ਬੜੀ ਵੱਡੀ ਸਿੱਖਿਆ ਪਹਿਲੇ ਦੋਰੇ ਦੇ ਵਿੱਚ। ਜਿਵੇਂ ਨਾ ਖਾਸ ਤੌਰ ਤੇ ਡਿਵੀਜ਼ਨ ਲਿਖ ਦਿੱਤਾ, ਤੇ ਸਤਿਗੁਰ ਤੇ ਹੀ ਕਹਿੰਦੇ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਈ। ਇਹ ਚਾਣਕ ਰਿਸ਼ੀ ਦਾ ਬ੍ਰਾਹਮਣ ਜਾਤੀ ਨਾਲ ਵੀ ਆਪ ਵੀ ਉੱਦਾਂ ਬ੍ਰਾਹਮਣ ਸੀ ਤੇ ਸਨਾਤਨੀਆਂ ਮਤ ਦਾ ਸੀ, ਇਸ ਕਰਕੇ ਉਸਨੇ ਇਹ ਲਿਖਿਆ। ਡਿਵੀਜ਼ਨ ਦਾ ਅਰਥ ਆਪਾਂ ਬੜੇ ਤਰੀਕੇ ਨਾਲ ਕਰ ਸਕਦੇ ਹਾਂ ਵੀ ਅੰਮ੍ਰਿਤਧਾਰੀ ਸਿੱਖ, ਉੱਚਾ ਸੁੱਚੇ ਜੀਵਨ ਵਾਲਾ ਦਿਵਜੀ ਆ। ਤੇ ਦਿਵਜ ਦਾ ਅਰਥ ਆਪਾਂ ਲੋੜਵੰਦ ਵੀ ਜਿਹਦਾ ਲੋੜਵੰਦ ਆ ਉਹਨੂੰ ਛਕਾਉਣਾ ਚਾਹੀਦਾ ਪ੍ਰਸ਼ਾਦਾ, ਜਿਹੜਾ ਵਿਚਾਰਾ ਭੁੱਖਾ ਹੈ। ਤੇ ਇਸ ਕਰਕੇ ਕਿਉਂਕਿ ਇਹ ਸਤਿਗੁਰੂ ਮਹਾਰਾਜ ਨੇ ਲੱਥਾ ਕਰਾਇਆ ਵਾ ਚਾਣਕੇ ਰਿਸ਼ੀ ਤੇ ਸੰਸਕ੍ਰਿਤ ਗ੍ਰੰਥ ਦਾ, ਤੇ ਆਪਾਂ ਗੁਰਮਤਿ ਦੇ ਨਾਲ ਇਹਨੂੰ ਮਿਲਾ ਲੈਣਾ। ਦਿਵਜਾਂ ਤੋਂ ਅਰਥ ਆਪਾਂ ਇਹ ਵੀ ਕਰ ਲੈਣਾ, ਪਹਿਲਾਂ ਤੋਂ ਵੀ ਅਰਥ ਕਰ ਲੈਣਾ ਸਨਾਤਨ ਮਤ ਦੇ ਮੁਤਾਬਕ, ਤੇ ਆਪਾਂ ਇਹ ਵੀ ਲੈ ਲੈਣਾ ਜਿਵੇਂ ਆਪਾਂ ਦੱਸਿਆ ਹੀ ਹੈ ਨਾ ਵੀ ਜਿਹੜੇ ਗੁਰੂ ਕੇ ਸਿੱਖ ਆ ਉਹ ਸਾਰੇ ਦਵੇਜੀ ਆ। ਗੁਰੂ ਕੇ ਸਿੱਖਾਂ ਨੂੰ ਸੇਵ ਕਰੀ ਨਹੀਂ ਗੀ, ਭਾਵ ਔਰ ਕਿਸੇ ਸਾਧਨਾ ਜੀ ਕੋ ਗੁਰੂ ਕੇ ਸਿੱਖਾਂ ਦਾ ਸਤਿਕਾਰ ਕਰਨਾ, ਭੋਜਨ ਪ੍ਰਸ਼ਾਦਾ ਛਕਾਉਣਾ। ਭਾਈ ਗੁਰਦਾਸ ਜੀ ਦੀ ਵੀ ਬੜੀ ਵੱਡੀ ਦਾਤ ਦੇਣ ਦੀ ਦੱਸੀ ਹੈ ਵੀ ਅਸੋ ਮੇਰੇ ਜਗ ਫਲ ਸਿੱਖ ਕੋ ਜਵਾਏਗਾ। ਹਾਂਜੀ, ਸਭ ਸ਼ਾਸਤਰ ਮੈਂ ਨਿਪੁੰਨਤਾ। ਸ਼ਾਸਤਰ ਜਿਹੜੇ ਧਰਮ ਗ੍ਰੰਥ ਆ ਹੈ, 6 ਸ਼ਾਸਤਰ ਤਾਂ ਵਿਸ਼ੇਸ਼ਕ, ਨਿਆਏ, ਸਾਂਖ, ਯੋਗ, ਮੀਮਾਂਸਾ, ਵਿਦਾਂਤ। ਤੇ ਜਿਹੜੇ ਆਪਣੇ ਹਿੱਤ ਦੀ ਸਿੱਖਿਆ ਦੇਣ ਵਾਲੇ ਆ ਨਾ, ਉਹਨਾਂ ਨੂੰ ਸ਼ਾਸਤਰ ਕਿਹਾ ਜਾਂਦਾ। ਜਿਵੇਂ ਆਵੀ ਗ੍ਰੰਥ ਸ਼ਾਸਤਰ ਹੀ ਆ, ਜਿਨ੍ਹਾਂ ਵਿੱਚ ਸਾਨੂੰ ਸਿੱਖਿਆ ਮਿਲਦੀ, ਸਾਡੇ ਭਲੇ ਦੀ ਸਿੱਖਿਆ ਦੇਣ ਵਾਲੇ ਹੁੰਦੇ ਗ੍ਰੰਥ, ਉਹਨੂੰ ਸ਼ਾਸਤਰ ਕਿਹਾ ਜਾਂਦਾ। ਤੇ ਇੱਥੇ ਸ਼ਾਸਤਰ ਮਤਲਬ ਧਾਰਮਿਕ ਗ੍ਰੰਥ, ਸਿੱਖਿਆ ਦੇਣ ਵਾਲੇ ਗ੍ਰੰਥ। ਸ਼ਾਸਤਰ ਹੋਵੇ ਤੇ ਇੱਕ, ਸ਼ਾਸਤਰਨ ਮਤਲਬ ਬਹੁਵਾਚਕ। ਸਾਰੇ ਸ਼ਾਸਤਰਾਂ ਵਿੱਚ ਧਰਮ ਗ੍ਰੰਥਾਂ ਦੇ ਸਾਰ ਸਿਧਾਂਤ ਨੂੰ ਆਪਣੇ ਹਿਰਦੇ ਵਿੱਚ ਜਿਹੜੀ ਆ ਉਹ ਸੰਪੂਰਨ ਰੂਪ ਵਿੱਚ ਰੱਖਣ ਵਾਲਾ ਹੋਵੇ। ਲੇਖਕ ਦੱਸਣ ਦੇ ਨਾ ਵੀ ਲੇਖਕ ਕਿਹੋ ਜਿਹਾ ਹੋਣਾ ਚਾਹੀਦਾ। ਇੱਥੇ ਇਹ ਅੱਗੇ ਲਿਖਿਆ ਹੀ ਆ, ਵੈਸੇ ਲੇਖਕ ਪ੍ਰਧਾਨ ਤਾਂ ਕਹਿਣ ਦੇ, ਕਹਿੰਦੇ ਵੀ ਸਾਰੇ ਧਰਮ ਗ੍ਰੰਥਾਂ ਦੇ ਜਿਹੜੇ ਸਾਰ ਸਿਧਾਂਤ ਹੁੰਦੇ ਆ ਉਹਨਾਂ ਨੂੰ ਆਪਣੇ ਹਿਰਦੇ 'ਚ ਸੰਪੂਰਨ ਤੌਰ ਤੇ ਸੰਪੂਰਨ ਰੂਪ ਵਿੱਚ ਰੱਖਣ ਵਾਲਾ ਹੋਵੇ। ਨਿਪੁੰਨਤਾ ਵਾ ਨਿਪੁੰਨ ਹੋਵੇ। ਫਿਰ ਚਤਰ ਬਚਨ ਬੁੱਧਵਾਨ, ਤੇ ਬੋਲਾਂ ਵਿੱਚ ਬੜਾ ਚਤਰ, ਸਿਆਣਾ, ਚਲਾਕ, ਅਕਲ ਵਾਲਾ ਵੀ ਹੋਵੇ। ਬਚਨਾਂ ਵਿੱਚ, ਬੋਲਾਂ ਵਿੱਚ ਤੇ ਬੁੱਧਵਾਨ। ਫਿਰ ਬੁੱਧੀ ਵਾਲਾ, ਹਾਂਜੀ, ਬੁੱਧੀ ਦੀ ਸੂਝ ਵਾਲਾ ਹੋਵੇ। ਬੁੱਧੀ ਵਾਲਾ ਹੋਵੇ ਭਾਵ ਚੰਗੀ ਅਕਲ ਵਾਲਾ ਹੋਵੇ। ਹਾਂਜੀ, ਵਿਚਾਰੀ ਮੇਲੀ ਸਭਨ, ਫਿਰ ਚੰਗੀ ਵਿਚਾਰੀ, ਵਿਚਾਰ ਕਰਨ ਵਾਲਾ ਭਾਵ ਵਿਚਾਰਵਾਨ। ਹਾਂਜੀ, ਤੇ ਹਰ ਇੱਕ ਦੇ ਨਾਲ ਮੇਲੀ ਸੁਭਾਅ ਵਾਲਾ ਹੋਵੇ, ਮੇਲੀ ਮਿਲਾਪ ਵਾਲਾ, ਮਿਲਾਪੀ ਹੋਵੇ, ਮੇਲ ਮਿਲਾਪੀ ਸੁਭਾਅ ਰੱਖਣ ਵਾਲਾ ਹੋਵੇ। ਸਭਨ ਸਾਰਿਆਂ ਨਾਲ। ਵਹ ਲੇਖਕ ਪ੍ਰਧਾਨ। ਵਾਵਾ ਹਾਈ ਅੱਖਰ ਆ, ਹਾਏ ਸਿਆਰੀ ਨਹੀਂ ਪਾਉਣ ਦੀ ਲੋੜ। ਕਹਿੰਦੇ ਵਹ ਲੇਖਕ ਭਾਵ ਉਹ ਜਿਹੜਾ ਵਹ ਕਹੀਏ ਉਹ ਹੈ ਨਾ, ਉਹ ਜਿਹੜਾ ਲੇਖਕ ਲਿਖਾਰੀ ਆ, ਲੇਖਾਂ ਨੂੰ ਕਰਨ ਵਾਲਾ, ਲਿਖਣ ਵਾਲਾ,
ਉਹ ਪ੍ਰਧਾਨ ਆ, ਸ੍ਰੇਸ਼ਟ ਭਾਵ ਐਸੇ ਗੁਣਾਂ ਵਾਲਾ ਲਿਖਾਰੀ ਹੋਣਾ ਚਾਹੀਦਾ ਹੈ। ਇਹ ਕਿ ਭਾਵ ਤੇ ਇਹ ਆ ਕਿ ਲਿਖਾਰੀ ਬਹੁਤ ਸਿਆਣਾ ਹੋਣਾ ਚਾਹੀਦਾ। ਹਰੇਕ ਨਾਲ ਮਿੱਤਰਤਾ ਭਾਵ ਮਿੱਠ ਬੋਲੜਾ, ਸਾਰੇ ਧਰਮ ਗ੍ਰੰਥਾਂ ਦਾ ਜਾਣੂ, ਪੱਖਪਾਤ ਤੋਂ ਬਿਨਾਂ, ਮੇਲੀ ਮਿਲਾਪੀ ਹੋਵੇ, ਈਰਖਾ ਤੋਂ ਮੁਕਤ ਹੋਵੇ, ਉਹ ਲੇਖਕ ਪ੍ਰਧਾਨ ਆ, ਉਹ ਸਿਆਣਾ ਵਾ। ਤੇ ਇਹੋ ਜਿਹਾ ਲੇਖਕ ਹੀ ਜਿਹੜਾ ਮਾਣ ਸਤਿਕਾਰ ਪ੍ਰਾਪਤ ਕਰ ਸਕਦਾ। ਵਿਚਾਰੀ ਨਾ ਵਿਚਾਰਵਾਨ, ਮੇਲੀ ਮਿਲਾਪ ਰੱਖਣ ਵਾਲਾ, ਠੀਕ ਹੈ ਜੀ, ਬੁੱਧਵਾਨ ਬੁੱਧੀ ਵਾਲਾ, ਪਵਕਲ ਵਾਲਾ, ਸਮਝਦਾਰ, ਤੇ ਸਭ ਸ਼ਾਸਤਰ ਮੈਂ ਨਿਪੁੰਨਤਾ, ਸਾਰੇ ਸ਼ਾਸਤਰਾਂ ਵਿੱਚ ਯੋਗਤਾ ਰੱਖਦਾ, ਜਾਣਕਾਰੀ ਰੱਖਦਾ ਹੋਵੇ, ਬੜਾ ਚਤਰ ਸਿਆਣਾ ਹੋਵੇ, ਇਹ ਕਹਿ ਰਹੇ। ਤੇ ਵਹ ਲੇਖਕ ਪ੍ਰਧਾਨ ਉਹ ਲੇਖਕ ਜਿਹੜਾ ਲਿਖਾਰੀ ਆ, ਲਿਖਣ ਵਾਲਾ ਪ੍ਰਧਾਨ ਆ, ਮੁਖੀ ਆ, ਸ਼੍ਰੋਮਣੀ। ਤਜੋ ਕਮਿੱਤਰ ਸੋ ਮਿੱਤਰਤਾ। ਹੁਣ ਕਹਿੰਦੇ ਵੀ ਮਾੜੇ ਮਿੱਤਰ ਦੀ ਜਿਹੜੀ ਦੋਸਤੀ ਤੁਸੀਂ ਛੱਡ ਦਿਓ। ਕਮਿੱਤਰ ਹੁੰਦਾ ਖੋਟਾ ਮਿੱਤਰ, ਮਾੜਾ। ਉਹਦੇ ਜਿਹੜਾ ਸਿਉਂ ਉਹ ਖੋਟੇ ਮਿੱਤਰ ਨਾਲੋਂ ਆਪਣੀ ਮਿੱਤਰਤਾਈ ਜਿਹੜੀ ਦੋਸਤੀ ਹੈ ਨਾ, ਉਹ ਤਾਂ ਜੋ ਕਹੀਏ ਛੱਡ ਦਿਓ। ਤਜ ਕੋ ਰਾਜ ਕੋ ਰਾਜ, ਇਹ ਪਿਛੇ ਕਹਿੰਦੇ ਆਏ। ਫਿਰ ਜਿਹੜਾ ਕੋ ਰਾਜ ਭੈੜਾ ਰਾਜ, ਮਾੜਾ ਰਾਜ ਆ, ਖੋਟਾ ਰਾਜ ਆ, ਉਸ ਰਾਜੇ ਦੇ ਰਾਜ ਭਾਗ ਨੂੰ ਹੀ ਛੱਡ ਦਿਓ। ਭਾਵ ਉਹ ਰਾਜੇ ਦੇ ਰਾਜ ਨੂੰ, ਉਹਦੇ ਦੇਸ਼ ਨੂੰ ਵੀ ਤਰਜ ਕਹੀਏ ਛੱਡ ਦਿਓ। ਸਿੱਖਿਆ ਤਜੋ ਕੋ ਸਿੱਖ ਦੀ, ਅਤੇ ਜਿਹੜਾ ਕੋ ਸਿੱਖ ਖੋਟਾ ਸਿੱਖਿਆ ਨਾ, ਮਾੜਾ ਬੰਦਾ, ਮਾੜੇ ਚੇਲੇ ਦੀ ਜਿਹੜੀ ਹੈ ਉਹਦੀ ਸਿੱਖ ਨਾ ਬੁੱਧੀ ਦਾ ਵੀ ਹੁੰਦਾ, ਮਾੜੇ ਬੰਦੇ ਦੀ ਬੁੱਧੀ, ਜਾਂ ਖੋਟੇ ਸਿੱਖ ਭੈੜੇ ਚੇਲੇ ਦੀ ਜਿਹੜੀ ਬੁੱਧੀ ਦੀ ਸਿੱਖਿਆ ਨਾ, ਉਹ ਵੀ ਛੱਡ ਦਿਓ। ਕੋ ਸਿੱਖ ਖੋਟੇ ਸਿੱਖ ਦੀ ਜਿਹਦੀ ਬੁੱਧੀ ਐਡੀ ਕੋਈ ਹੈ ਨਹੀਂ ਆ, ਕਹਿੰਦੇ ਉਹਨੂੰ ਮਾੜੇ ਚੇਲੇ ਨੂੰ ਸਿੱਖਿਆ ਦੇਣੀ ਜਿਹੜੀ ਤਜੋ ਕਹੀਏ ਛੱਡ ਦਿਓ, ਬੰਦ ਕਰ ਦਿਓ। ਤਜ ਕੁਨਾਰ ਕੋ ਭਾਜ, ਤੇ ਜਿਹੜੀ ਕੋ ਨਾਰ ਬਦ ਫੈਲੀਆਂ ਕਰਨ ਵਾਲੀ ਹੈ ਨਾ, ਖੋਟੀ ਇਸਤਰੀ ਕੋ ਰਾਜ ਨਾ, ਮਾੜੀ ਇਸਤਰੀ ਨਾਰੀ ਵਿੱਚ ਕੋ ਨਾਰੀ ਜਿਹੜੀ ਉਹ ਭੈੜੀ ਬਦ ਇਸਤਰੀ ਦੇ ਸਾਥ ਨੂੰ ਵੀ, ਕੋ ਦਾ ਅਰਥ ਨੂੰ, ਸਾਥ ਨੂੰ ਛੱਡ ਕੇ ਭਾਜ ਕਹੀਏ ਭੱਜ ਜਾਣਾ ਕਰੋ। ਤਜ ਨਾ ਛੱਡਣ ਦਾ, ਖੋਟੀ ਇਸਤਰੀ ਨੂੰ ਛੱਡ ਕੇ ਭੱਜ ਜਾਣਾ ਚਾਹੀਦਾ। ਮਤਲਬ ਇਹ ਦੋਰੇ ਵਿੱਚ ਇਹ ਭਾਵ ਆ ਕਿ ਜਿਹੜੀ ਭੈੜੀ ਸੰਗਤ ਆ ਨਾ, ਭਾਵੇਂ ਕਿਸੇ ਦੀ ਵੀ ਹੈ, ਉਸ ਤੋਂ ਬਚਣਾ ਠੀਕ। ਭਾਵੇਂ ਖੋਟਾ ਮਿੱਤਰ ਹੋਵੇ, ਖੋਟਾ ਚੇਲਾ ਹੋਵੇ, ਕਿਉਂਕਿ ਖੋਟੇ ਚੇਲੇ ਨੂੰ ਸਿੱਖਿਆ ਤਾਂ ਉਹਨੇ ਕੀ ਲੈਣੀ ਆ, ਸਿੱਖਿਆ ਤਾਂ ਉਹਨੇ ਕੋਈ ਧਾਰਨ ਕਰਨੀ ਨਹੀਂ, ਆਪਣੀਆਂ ਮਤ ਨਾਲ ਬਦ ਫੈਲੀਆਂ ਕਰਨੀਆਂ, ਬੋਲ ਕੋ ਬੋਲ ਐਵੇਂ ਅੱਗੋਂ ਅੱਖਾਂ ਦੀਆਂ ਕੱਢਣੀਆਂ। ਉਹ ਖੋਟੇ ਸਿੱਖ ਨੂੰ ਜਿਹੜੀ ਸਿੱਖਿਆ ਦੇਣੀ ਆ ਉਹ ਵੀ ਛੱਡ ਦਿਓ। ਖੋਟੀ ਇਸਤਰੀ ਦਾ ਸਾਥ ਛੱਡ ਦਿਓ ਤੇ ਛੱਡ ਕੇ ਭੱਜ ਜਾਓ। ਦੂਰ ਹੋ ਜਾਈਏ ਭਾਗ, ਦੂਰ ਹੋ ਜਾਈਏ ਭਾਗ, ਏਦਾਂ ਦਾ ਹੋ ਜਾਓ, ਚੰਗੇ ਰਹੋਗੇ। ਦੁੱਖ ਕੋ ਰਾਜ ਤੇ ਪਰਜਾ ਕੋ ਬੇਨਿਆਈ, ਜਿਹੜਾ ਖੋਟਾ ਰਾਜ ਹੈ ਨਾ, ਬੇਨਿਆਈ ਕਰਨ ਵਾਲਾ ਰਾਜਾ, ਖੋਟਾ ਰਾਜਾ, ਜ਼ੁਲਮੀ ਰਾਜਾ, ਉਹ ਤੋਂ ਜਨਤਾ ਜਿਹੜੀ ਦੁਖੀ ਹੁੰਦੀ। ਪਰਜਾ ਕੋ, ਪਰਜਾ ਨੂੰ ਖੋਟੇ ਰਾਜੇ ਤੇ ਕਹੀਏ ਤੋਂ, ਖੋਟੇ ਰਾਜੇ ਤੋਂ ਪਰਜਾ ਨੂੰ ਦੁੱਖ ਹੁੰਦਾ, ਉਹ ਦੁਖੀ ਹੁੰਦੀ। ਦੁੱਖ ਕਮਿੱਤਰ ਕੋ ਮਿੱਤਰ, ਖੋਟੇ ਮਿੱਤਰ ਤੋਂ ਜਿਹੜਾ ਵਾ ਮਿੱਤਰ ਕੋ, ਮਿੱਤਰ ਨੂੰ, ਚੰਗੇ ਮਿੱਤਰ, ਸਮਝਦਾਰ ਮਿੱਤਰ, ਦੋਸਤ ਨੂੰ ਬੜਾ ਦੁੱਖ ਹੁੰਦਾ, ਕਿਉਂਕਿ ਖੋਟਾ ਮਿੱਤਰ ਹਮੇਸ਼ਾ ਮੁਸੀਬਤ ਹੀ ਪੈਦਾ ਕਰਦਾ, ਟੋਏ ਪੁੱਟਦਾ ਰਹਿੰਦਾ। ਦੁੱਖ ਕੋ ਨਾਰ ਤੇ ਕੰਤ ਕੋ, ਜਿਹੜੀ ਖੋਟੀ ਇਸਤਰੀ ਆ, ਇਹ ਅਰਥ ਸੌਖਾ ਹੀ ਆ, ਖੋਟੀ ਇਸਤਰੀ ਦੇ ਲੱਛਣਾਂ ਤੋਂ ਜਿਹੜਾ ਹੈ ਨਾ, ਜਿਹੜੀ ਮੂੰਹ ਜ਼ੋਰ ਬੜੀ ਬੋਲਦੀ
ਉਲਟਾ ਸਿੱਧਾ। ਇਹ ਜੀ ਇਸਤਰੀ ਤੋਂ ਕੰਤ ਕੋ, ਪਤੀ ਨੂੰ ਜਿਹੜਾ ਹਮੇਸ਼ਾ ਹੀ ਦੁੱਖ ਹੁੰਦਾ ਰਹਿੰਦਾ, ਕਿਉਂਕਿ ਉਹ ਸਨਮਾਨ ਦੇ ਕੋਈ ਕਰਦੀ ਨਹੀਂ ਹੋਇਆ ਜੇ ਮਾੜੇ ਬੋਲ ਕਬੋਲ ਬੋਲਦੀ ਹੈ ਖੋਟੀ, ਤੇ ਉਹਦੇ ਮਨ ਨੂੰ ਸਗੋਂ ਠੇਸ ਹੀ ਪਹੁੰਚਦੀ, ਉਹ ਦੁਖੀ ਹੁੰਦਾ ਰਹਿੰਦਾ। ਦੁੱਖ ਕੋ ਸਿੱਖ ਗੁਰ ਚਿਤ, ਤੇ ਜਿਹੜਾ ਕੋ ਸਿੱਖ ਮਾੜਾ ਸੇਵਕ ਆ, ਮਾੜਾ ਸਿੱਖਿਆ, ਤੇ ਉਹ ਮਾੜੇ ਸਿੱਖ ਦੇ ਲੱਛਣਾਂ ਨੂੰ ਦੇਖ ਦੇਖ ਕੇ ਉਹਦੇ ਕੋਲ ਉਸ ਮਾੜੇ ਨੂੰ ਰੱਖ ਕੇ ਜਿਹੜਾ ਗੁਰੂ ਦਾ ਚਿੱਤ ਆ ਨਾ, ਮਨ, ਉਹ ਹਮੇਸ਼ਾ ਦੁਖੀ ਰਹਿੰਦਾ, ਪਰੇਸ਼ਾਨ ਹੀ ਰਹਿੰਦਾ, ਕਿਉਂਕਿ ਉਹ ਅਸਰ ਉਸਰ ਦੇ ਕੋਈ ਕਰਦਾ ਨਹੀਂ। ਇਸ ਪ੍ਰਕਾਰ ਕਹਿਣ ਦਾ ਮਤਲਬ ਵੀ ਜੋ ਕੋਈ ਵੀ ਇਹਨਾਂ ਦੀ ਤਾਂ ਖੋਟਿਆਂ ਦੀ ਕੁਸੰਗਤ ਜੀ ਕਰਦਾ, ਉਹਨੂੰ ਦੁੱਖ ਜ਼ਰੂਰ ਪ੍ਰਾਪਤ ਹੁੰਦਾ ਵਾ। ਤੇ ਤੁਸੀਂ ਭਾਈ ਦੁੱਖ ਨਾ ਪਾਓ, ਇਹਨਾਂ ਨੂੰ ਛੱਡ ਦੇਣਾ ਸਹੀ ਆ। ਦੋਹਰਾ। ਹੁਣ ਇੱਥੇ ਰਾਜੇ ਨੂੰ ਸਿੱਖਿਆ ਦੇਣਗੇ। ਕਈ ਥਾਵਾਂ ਜਿਵੇਂ ਲਿਖਿਆ ਵੀ ਹੱਥ 20 ਸਿੱਖਿਆ ਰਾਜਾ ਕੋ। ਹੱਥ ਕਹੀਏ ਵੀ ਹੁਣ ਅੱਗੇ ਵਿਸ਼ੇਸ਼ ਕਰਕੇ 6 ਜੀਵਾਂ ਦੀਆਂ ਜਿਹੜੀਆਂ 20 ਸਿੱਖਿਆਵਾਂ 20 ਨਾ 20 ਦਾ 20 ਸਿੱਖਿਆਵਾਂ ਨਾ, ਉਹ 20 ਸਿੱਖਿਆਵਾਂ ਦੇ ਦੁਆਰਾ ਰਾਜੇ ਨੂੰ ਉਪਦੇਸ਼ ਕਥਨ, ਰਾਜਾ ਕੋ ਰਾਜੇ ਨੂੰ ਉਪਦੇਸ਼ ਕਥਨ ਕਰਾਂਗੇ। ਤੇ ਰਾਜਾ ਨੂੰ ਪਹਿਲਾਂ ਇੱਦਾਂ 20 ਗੁਣ ਧਾਰਨ ਕਰਨੇ ਚਾਹੀਦੇ, ਕਿਉਂਕਿ ਜਾਣ ਕੇ ਰਾਜਨੀਤੀ ਗ੍ਰੰਥ ਆ ਨਾ, ਰਾਜੇ ਨੂੰ ਉਪਦੇਸ਼ ਹੋਣ ਡਿਆ ਨਾ, ਤੇ ਆਮ ਕਰਕੇ ਤੇ ਉਂਝ ਸਾਰੇ ਮਨੁੱਖਾਂ ਮਾਤਰ ਹੀ ਇਹਨਾਂ ਸਿੱਖਿਆਵਾਂ ਨੂੰ ਜਿਹੜਾ ਮੰਨਣਾ ਚਾਹੀਦਾ ਵਾ। ਇਹ ਵੀ ਨਾਲ ਹੀ ਸਾਨੂੰ ਹੀ ਸਿੱਖਿਆ, ਨਿਰੀ ਪੂਰੀ ਰਾਜੀ ਨੂੰ ਨਹੀਂ ਹੈ। ਬੜੇ ਵੱਡੇ ਗੁਣ ਹੁਣ ਬਿਆਨ ਕਰਨਗੇ, ਉਹ ਸੁਣੋ। ਦੋਹਰਾ। ਕੇਹਰ ਗਰਤਬ ਸਵਾਨ ਬਾਕ। ਕੇਹਰ ਦੇ ਰਾਰੇ ਨੂੰ ਸਿਹਾਰੀ ਜਿਹੜੀ ਪਾ ਲੈਣੀ ਆ। ਤੇ ਕੇਹਰ ਨਾਮ ਸ਼ੇਰ ਦਾ, ਗਰਤਬ ਨਾਮ ਖੋਤੇ ਦਾ, ਸਵਾਨ ਨਾਮ ਕੁੱਤੇ ਦਾ, ਬਾਕ ਨਾਮ ਬੰਗਲੇ ਦਾ। 4 ਹੋ ਗਏ। ਕੁਰਕਟ 22 ਜਾਨ। ਕੁਰਕਟ 5ਵਾਂ ਕੁੱਕੜ, 22 6ਵਾਂ ਕਾਂ। ਜਾਣ ਕਹੀਏ ਜਾਣੋ, ਇਹ 6 ਜੀਵਾਂ ਦੇ ਨਾਮ ਜਾਣੋ। ਇਨ ਖਟ ਤੇ ਗੁਣ 20 ਪਾਰ। ਇਨ ਕਹੀਏ ਇਹਨਾਂ, ਖਟ ਕਹੀਏ 6 ਤੇ ਕਹੀਏ ਤੂੰ। ਇਹਨਾਂ 6 ਤੋਂ ਜਿਹੜਾ 20 ਕਹੀਏ 20 ਆ, 20 ਦੇ ਉੱਪਰ ਆ, 20 ਪਰ। ਇਹਨਾਂ 6 ਤੋਂ 20 ਗੁਣ ਆ, ਇਹਨਾਂ ਵਿੱਚ ਦੱਸਣ ਲੱਗੇ ਕਹਿੰਦੇ, ਤੇ ਉਹ 20 ਪਰ ਕਹੀਏ ਉੱਪਰ। ਚੱਲੇ ਨਰਿਪ ਸੁਰ ਗਿਆਨ। ਜਿਹੜਾ ਰਾਜਾ ਚੱਲੇਗਾ ਉਹੀ ਹੋਈ ਸੁਰ ਗਿਆਨ ਕਹੀਏ। ਸੁਰ ਨਾਮ ਸ੍ਰੇਸ਼ਟ ਦਾ, ਸ੍ਰੇਸ਼ਟ ਗਿਆਨ ਪ੍ਰਾਪਤ ਰਾਜਾ ਕਰੇਗਾ, ਜਾਣਕਾਰੀ ਦਾ ਮਾਲਕ ਹੋਊਗਾ। ਤੇ ਇਹਦਾ ਦੋਹਰਾ ਦਾ ਅਰਥ ਹੋ ਹੀ ਗਿਆ। ਤਾਈਓ ਤੇ ਕਹਿਣਾ ਹੱਥ 20 ਸਿੱਖਿਆ ਰਾਜਾ। ਰਾਜੇ ਵਾਸਤੇ ਖਾਸ ਹੈ ਤੇ ਸਾਡੇ ਵਾਸਤੇ ਵੀ ਖਾਸ ਹੀ। ਉੱਥੇ ਰਾਜੇ ਦੇ ਰਾਹੀਂ ਸਾਨੂੰ ਸਿੱਖਿਆ। ਅੱਗੇ ਹੁਣ ਛਪੈ ਛੰਦ ਸ਼ੁਰੂ ਹੋਣ ਜਾ ਰਿਹਾ। ਅੱਗੇ ਦੋਹਰੇ ਸੀ, ਹੁਣ ਛਪੈ। ਕੇਹਰ ਤੇ ਗੁਣ ਏਕ। ਗੁਣ ਪਾਠ ਨੰਨੇ ਨਾ, ਤੇ ਕੇਹਰ ਦੇ ਰਾਰੇ ਨੂੰ ਸਿਹਾਰੀ ਪਾਉਣੀ। ਕਹਿੰਦੇ ਹੇ ਰਾਜਨ ਸੁਣੋ, ਰਾਜਿਓ ਤੁਸੀਂ ਸੁਣੋ। ਕੇਹਰ ਨਾਮ ਸ਼ੇਰ ਦਾ, ਤੇ ਨਾਮ ਤੋਂ ਦਾ। ਸ਼ੇਰ ਤੋਂ ਹਮੇਸ਼ਾ ਹੀ ਜਿਹੜਾ ਗੁਣ ਇੱਕ ਗੁਣ ਗ੍ਰਹਿਣ ਕਰਨਾ ਚਾਹੀਦਾ। ਉਹ ਕੀ ਹੈ? ਏਕ ਗੁਣ ਬਗ ਤੇ ਲੇਵੈ, ਤੇ ਇੱਕ ਗੁਣ ਬਾਕ ਕੀ ਹੈ? ਬੰਗਲੇ ਤੋਂ ਲਵੇ। ਲੇਵੇ ਨਾਮ ਲਵੇ, ਪ੍ਰਾਪਤ ਕਰੋ। ਕੁਰਕਟ ਤੇ ਗੁਣ 4। ਹੁਣ ਦੱਸਣ ਦੇ ਪਹਿਲਾਂ ਕਿਹੜੇ ਕਿੰਨੇ ਕਿੰਨੇ ਗੁਣ, ਕਿਹੜੇ ਕਿਹੜੇ ਗੁਣ ਲੈਣੇ। ਗੁਣ ਤੇ ਕਈ ਪਰ ਗੁਣ ਕਿਹੜਾ ਕਿਹੜਾ ਧਾਰਨ ਕਰਨਾ, ਕਿਹੜੇ ਕਿਹੜੇ ਤੋਂ। ਕੁੱਕੜ ਤੋਂ ਜਿਹੜੇ 4 ਗੁਣ ਧਾਰਨ ਕਰੋ। 3 ਗਰਤਬ ਤੇ ਲੇਵੈ, 3 ਖੋਤੇ ਤੋਂ ਲੈਣਾ ਕਰੋ, ਗ੍ਰਹਿਣ ਕਰੋ। 22 ਤੇ ਗੁਣ 5। ਕਾਂ ਦੇ ਵਿੱਚ 5 ਗੁਣ ਮੇਣਿਆ, ਉਹ ਤੁਸੀਂ 5 ਗੁਣ ਗ੍ਰਹਿਣ ਕਰੋ। ਸਵਾਨ ਤੇ ਖਟ ਗੁਣ ਆਨੇ, ਕੁੱਤੇ ਦੇ ਵਿੱਚ 6 ਗੁਣ ਆ। ਇਸ ਪ੍ਰਕਾਰ ਤੁਸੀਂ ਜਿਹੜਾ ਆਨੇ ਕਹੀਏ ਲਿਆਓ, ਆਪਣੇ ਵਿੱਚ ਗ੍ਰਹਿਣ ਕਰੋ। ਸ਼ੇਰ ਤੋਂ 1,
ਇੱਕ ਬੰਗਲੇ ਤੋਂ 2, ਕੁੱਕੜ ਤੋਂ 4 6, ਖੋਤੇ ਤੋਂ 3, ਕਿੰਨਾ ਹੋ ਗਿਆ 9, ਤੇ ਕਾਂ ਤੋਂ ਕਿੰਨੇ 5, 14, 14 ਦੇ 6 ਕੁੱਤੇ ਤੋਂ ਕਿੰਨੇ 20। ਰਾਜਨੀਤ ਕੇ बीच ਰਾਜਨੀਤੀ ਦੇ ਵਿੱਚ ਕਹਿੰਦੇ ਆ ਰਾਜਨੀਤ ਕੇ बीच ਗੀਤ यह ਚਣਕ ਬਖਾਨੇ। ਗੀਤ ਨਾਮ ਗੁਣਾਂ ਦਾ। ਰਾਜ ਭਾਗ ਵਿੱਚ ਹਕੂਮਤ ਚਲਾਉਣ ਵਾਸਤੇ ਨਾ ਰਾਜਨੀਤੀ ਵਿੱਚ ਆਹ ਰਾਜਨੀਤੀ ਦੇ ਰਾਜ ਭਾਗ बीच ਗਈ ਵਿੱਚ ਜਿਹੜੇ ਗੀਤ ਗਾਉਣੇ ਆ। ਹਾਂਜੀ, ਇਹ ਚਣਕ ਬਖਾਨੇ। ਇਹ ਹੈ ਕਹੀਏ ਇਹ ਚਣਕ ਜੋ ਚਾਣਕਿਆ ਨਾਮ ਦਾ ਰਿਸ਼ੀ। ਚਾਣਕਿਆ ਨਾਮ ਕੋਈ ਚਾਣਕੇ ਵੀ ਵਿਦਵਾਨ ਪੜ੍ਹਦੇ, ਮਤਲਬ ਚਾ ਕਹਿ ਕੇ ਨਾਣੀ ਉੱਤੇ ਅਦਕ ਦੀ ਆਵਾਜ਼ ਜੀ ਦੇ ਕੇ ਕਹਿਣਾ ਚਾਣਕਿਆ, ਤੇ ਚਾਣਕਿਆ ਵੀ ਕਿਹਾ ਜਾਂਦਾ। ਹਾਂਜੀ, ਚਾਣਾਕਾ ਵੀ ਕਹਿ ਦਿੰਦੇ, ਕਈ ਚਾਣਕਿਆ ਕਹਿ ਦਿੰਦੇ। ਸੋ ਜੋ ਵੀ ਕਹਿਣਾ ਆ, ਕਹਿੰਦੇ ਇਹ ਚਾਣਕ ਰਿਸ਼ੀ ਬਖਾਨੇ ਕਹਿੰਦਾ ਵਾ ਰਾਜਨੀਤੀ ਦੇ ਵਿੱਚ ਹਕੂਮਤ ਚਲਾਉਣ ਲਈ ਗੀਤ ਕਹੀਏ ਗੁਣ 20 ਗੁਣ ਇਹ ਚਾਣਕ ਰਿਸ਼ੀ ਬਖਾਨੇ ਕਹਿੰਦਾ ਵਾ, ਕਥਨ ਕਰਦਾ ਸੁਣੋ। ਇਹ ਸਿੱਖਿਆ 20 ਜੋ ਹੈ ਕਹੀ। ਇਹ ਜੋ ਕਹੀਏ ਜਿਹੜੀਆਂ 20 ਸਿੱਖਿਆਵਾਂ ਕਹੀ ਆਖੀਆਂ ਹਨ। ਇਹ ਸਿੱਖਿਆ ਜਿਹੜੀਆਂ 20 ਜੋ ਨਾਮ ਜਿਹੜੀਆਂ 20 ਸਿੱਖਿਆਵਾਂ ਕਹੀਆਂ ਹੈ ਨਾ, ਨਿਰਪਤ ਇਹਨੇ ਆਮਲ ਕਰੈ। ਜਿਹੜਾ ਕਹਿੰਦੇ ਨਿਰਪਤ ਰਾਜਾ ਵਾ, ਉਹ ਇਹਦਾ ਉੱਪਰ ਅਮਲ ਅਸਰ ਜ਼ਰੂਰ ਕਰੇ ਤੇ ਕਰੇਗਾ, ਕਰਨਾ ਚਾਹੀਦਾ ਵਾ। ਸੋ ਸਗਲ ਸਤਰ ਜੀਤੈ ਜਗਤ। ਉਹ ਜਿਹੜਾ ਵਾ ਰਾਜਾ ਸੋ ਸਗਲ, ਉਹ ਜਿਹੜਾ ਰਾਜਾ ਨਾ ਉਹ ਸਗਲ ਸਾਰੇ 70 ਵੈਰੀ ਦੁਸ਼ਮਣਾਂ ਨੂੰ ਸੁਤੇ ਸੇ ਦੀ ਜੀਤ ਲਊਗਾ। ਸੰਸਾਰ ਵਿੱਚ ਰਹਿੰਦਿਆਂ ਜਿੱਤ ਲੈਂਦਾ। ਕਾਨ ਨਾ ਕਾਹੂ ਕੀ ਧਰੇ। ਕਾਨ ਨਾਮ ਦਾ ਈਣ ਦਾ, ਅਧੀਨਗੀ ਦਾ, ਮੁਥਾਜਗੀ ਦਾ। ਉਹ ਕਿਹਦੀ ਮੁਥਾਜਗੀ ਅਧੀਨਗੀ ਈਣ ਨਾ ਨਹੀਂ ਕਾਹੂ ਕਹੀਏ ਕਿਸੇ ਦੀ ਧਰੇਗਾ, ਧਰਦਾ ਰੱਖਦਾ। ਉਹ ਨਹੀਂ ਕਿਸੇ ਦੀ ਕਾਣ ਕਨੌੜ ਧਰਦਾ। ਜਿਹੜਾ ਇਹ 20 ਸਿੱਖਿਆ ਧਾਰਨ ਕਰ ਲੂ ਉਹਨੂੰ ਹਕੂਮਤ ਚਲਾਉਣ ਦੀ ਅਕਲ ਬੁੱਧ ਆ ਜੂਗੀ। ਇਹ ਕਹਿ ਰਹੇ ਸਭ ਤੋਂ ਪਹਿਲਾਂ ਹੁਣ ਕਹਿਣ ਲੱਗੇ ਆ ਅਥ ਕੇਹਰ ਕੇ ਗੁਣ। ਅਥ ਕਹੀਏ ਹੁਣ ਕੇਹਰ ਕਹੀਏ ਸ਼ੇਰ ਦਾ ਗੁਣ। ਜਿਹੜਾ ਇੱਕ ਤੁਹਾਨੂੰ ਕਿਹਾ ਉਹ ਸੁਣੋ ਦੋਹਰਾ ਵੀ ਉਹ ਜਿਹੜੇ 20 ਗੁਣ ਆ ਕਿਹਦੇ ਵਿੱਚ ਕਿੰਨੇ ਕਿੰਨੇ ਕਿਹੜੇ ਆ ਹਕੂਮਤ ਚਲਾਉਣ ਵਾਸਤੇ ਜੋ ਜ਼ਰੂਰੀ ਆਖੇ ਆ। ਸੁਣੋ ਉੱਤਰ ਦੇ ਰਾਹੀਂ। ਤੇ ਅਥ ਹੁਣ ਸ਼ੇਰ ਦੇ ਗੁਣ ਕਹਿ ਰਹੇ। ਦੋਹਰਾ ਕਾਰਜ ਛੋਟਾ ਕੇ ਵੱਡਾ ਹੋਏ। ਕਹਿੰਦੇ ਕੋਈ ਵੀ ਕੰਮ ਆ, ਕਾਰਜ ਨਾਮ ਕੰਮ ਦਾ, ਕੋਈ ਵੀ ਛੋਟਾ ਕੰਮ ਆ ਜਾਂ ਵੱਡਾ ਕੰਮ ਆ, ਕੋਈ ਵੀ ਕੰਮ ਹੋਵੇ ਛੋਟਾ ਵੱਡਾ ਜਿਹੜਾ ਵੀ ਹੋਵੇ, ਸੋ ਕਰ ਹੀ ਲੈ ਜੋ ਵੀ ਹੋਵੇ ਉਹ ਬਿਨਾਂ ਢਿੱਲ ਦੇਰੀ ਦੇ, ਬਿਨਾਂ ਆਲਸ ਦੇ ਕਰ ਹੀ ਲਵੇ। ਕਿਵੇਂ? ਜਿਉਂ ਕੇਹਰ ਨਿਰ ਆਲਸੀ। ਕੇਹਰ ਦੇ ਰਾਰੇ ਨੂੰ ਸਿਹਾਰੀ ਪਾਉਣੀ ਇੱਥੇ। ਕਹਿੰਦੇ ਵੀ ਜਿਵੇਂ ਸ਼ੇਰ ਕੇਰੀ, ਵੇਖੋ ਸ਼ੇਰ ਵੀ ਇੱਕ ਸਾਰਦੋਲ, ਇੱਕ ਕੇਹਰ, ਇੱਕ ਕੱਲਾ ਸ਼ੇਰ, ਵੱਖੋ ਵੱਖਰੇ ਸ਼ੇਰ ਆ। ਕੇਹਰੀ ਦਾ ਲੱਕ ਪਤਲਾ ਜਿਹਾ ਹੁੰਦਾ। ਕਹਿੰਦੇ ਜਿਵੇਂ ਸ਼ੇਰ ਬਿਨਾਂ ਢਿੱਲ ਦੇ ਨਿਰ ਆਲਸੀ, ਆਲਸ ਤੋਂ ਰਹਿਤ ਹੋ ਗਏ ਨਾ, ਦਰਿਦਰ ਢਿੱਲੇ ਤੋਂ ਦੇਰੀ ਤੋਂ ਰਹਿਤ ਹੋ ਕੇ, ਮ੍ਰਿਗ ਕੋ ਜਾਨ ਨ ਦੇ। ਉਹ ਬਿਨਾਂ ਦੇਰੀ ਤੋਂ ਜਿਹੜਾ ਮ੍ਰਿਗ ਹਿਰਨ ਆ ਉਹਨੂੰ ਜਿਹੜਾ ਹੈ ਝਪਟ ਲੈਂਦਾ ਬੜੀ ਛੇਤੀ, ਤੇ ਮ੍ਰਿਗ ਕੋ ਹਿਰਨ ਨੂੰ ਕਿਸੇ ਪਾਸੇ ਵੀ
ਜਾਣ ਨਹੀਂ ਦਿੰਦਾ, ਭਜਣ ਨਹੀਂ ਦਿੰਦਾ। ਲੋਕ ਅਖਾਣ ਵੀ ਹੈਗਾ ਨਾ, ਉਦਮ ਅੱਗੇ ਲਖਮੀ, ਪੱਖੇ ਅੱਗੇ ਪੌਣ। ਪੱਖੇ ਦਾ ਅੱਗੇ ਹਵਾ ਆ ਤੇ ਉਦਮ ਅੱਗੇ ਕੀ ਹੈ? ਲక్ష్ਮੀ। ਮਤਲਬ ਜਿਹੜਾ ਸ਼ੇਰ ਆ ਨਾ, ਉਹ ਇੱਥੇ ਮਰੇ ਦਾ ਪ੍ਰਮਾਣ ਦਿੱਤਾ, ਪਰ ਉਹ ਵੇਖਦੇ ਨਾ ਆਪਾਂ ਇੱਥੇ ਡਿਸਕਵਰੀਆਂ ਆਦਿਕ ਚੈਨਲਾਂ ਤੇ ਜੀਓਗ੍ਰਾਫੀ ਦੇ ਕਿਵੇਂ ਭਾਵੇਂ ਜੈਬਰਾ ਹੋਵੇ, ਮੱਝ ਹੋਵੇ, ਜਦੋਂ ਆਪਣੀ ਆਈ ਤੇ ਆ ਜਾਂਦਾ ਨਾ, ਫਿਰ ਉਹ ਆਸ ਛੱਡ ਦਿੰਦਾ, ਨਹੀਂ ਤੇ ਕਹਿੰਦੇ ਸੁੱਤਾ ਹੀ ਰਹਿੰਦਾ। ਜਦੋਂ ਉੱਠ ਪਿਆ ਸ਼ਿਕਾਰ ਲਈ ਫੇਰ ਨਹੀਂ ਉਹ ਬਹਿੰਦਾ। ਤੇ ਇਸੇ ਪ੍ਰਕਾਰ ਕਹਿੰਦੇ ਰਾਜਾ ਤੇ ਜੋ ਪ੍ਰਜਾ ਵਾ, ਜੋ ਆਪਣਾ ਸੁੱਖ ਤੇ ਲਾਭ ਚਾਹੁੰਦਾ ਵਾ, ਉਹ ਸ਼ੇਰ ਦੇ ਇੱਕ ਗੁਣ ਭਾਵ ਉਦਮ ਧਾਰ ਕੇ ਹਰ ਇੱਕ ਕੰਮ ਪੂਰਾ ਕਰੇ। ਇਹ ਨਾ ਕਰੇ ਕਿ ਫਲਾਣਾ ਕੰਮ ਕੱਲ੍ਹ ਨੂੰ ਕਰ ਲਵਾਂਗੇ। ਭਾਵੇਂ ਉਹ ਕੰਮ ਵੱਡਾ ਹੋਵੇ ਛੋਟਾ ਹੋਵੇ, ਉਹਨੂੰ ਕੰਮ ਨੂੰ ਕੰਮ ਸਮਝ ਕੇ ਛੇਤੀ ਨਿਸ਼ਚਿਤ ਹੀ ਕਰ ਲੈਣਾ ਚਾਹੀਦਾ। ਜਿਸ ਪ੍ਰਾਣੀ ਵਿੱਚ ਉਦਮ ਹੁੰਦਾ, ਉਹ ਸਭ ਤੋਂ ਵੱਡਾ ਭਾਰੀ ਗੁਣਾਂ ਵਾਲਾ ਹੁੰਦਾ, ਉਹਨੂੰ ਕਦੀ ਨੁਕਸਾਨ ਨਹੀਂ ਹੁੰਦਾ। ਉਦਮ ਕਰੇਂਦਿਆਂ ਜੀਏ ਤੂੰ ਕਮਾਵਦਿਆਂ ਸੁਖ ਪੁੰਚ। ਭਗਤ ਕਬੀਰ ਜੀ ਵੀ ਕਹਿੰਦੇ ਨਾ, ਕਬੀਰ ਕਾਲ ਕਰੰਤਾ ਬਹਿ ਕਰ, ਅਬ ਕਰਤਾ ਸੋਇ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਭਾਵੇਂ ਕਿ ਉੱਥੇ ਤੇ ਪਰਮਾਰਥ ਦੀ ਵਿਚਾਰ ਆ, ਕੰਮ ਇੱਥੇ ਰਾਜਨੀਤੀ ਮੁਤਾਬਕ ਦੋਹਰਾ ਤਾਂ ਇੱਥੇ ਸਿੱਧ ਕੀਤਾ ਵਾ ਵੀ ਕੰਮ ਜਿਹੜਾ ਆਪਣਾ ਕੱਲ੍ਹ ਤੇ ਨਹੀਂ ਪਾਉਣਾ ਚਾਹੀਦਾ, ਜਦੋਂ ਛੇਤੀ ਤੋਂ ਛੇਤੀ ਕਰ ਲੈਣਾ ਚਾਹੀਦਾ। ਕੱਲ੍ਹ ਨਾਮ ਤੇ ਕਾਲ ਦਾ ਇਸ ਪ੍ਰਕਾਰ ਉਦਮੀ ਹੋਣਾ ਚਾਹੀਦਾ ਬੰਦੇ ਨੂੰ। ਖਾਸ ਕਰਕੇ ਪਰਮਾਰਥ ਵੱਲੋਂ ਉਮਰ ਨਹੀਂ ਵੇਖਣੀ ਚਾਹੀਦੀ। ਜਿਹੜੀ ਉਮਰ ਵੀ ਪਰਮੇਸ਼ਰ ਦੀ ਬੰਦਗੀ ਹੋਵੇ, ਉਹਨੂੰ ਖਿੜੇ ਮੱਥੇ ਸ਼ੁਰੂ ਕਰ ਲੈਣਾ ਚਾਹੀਦਾ। ਹੁਣ ਗਧੇ ਦੇ ਜਿਹੜੇ 3 ਗੁਣ ਆ, ਉਹਨਾਂ ਦਾ ਵੇਰਵਾ ਦੱਸਣ ਲੱਗੇ ਆ। ਉੱਦਾਂ ਤੇ ਇੱਥੇ ਬੰਗਲਾ ਲਿਖਿਆ ਸੀ 2 ਨੰਬਰ ਤੇ ਸਬਰੇ ਛੰਦ 'ਚ, 3 ਨੰਬਰ ਤੇ ਕੁੱਕੜ, ਚੌਥੇ ਤੇ ਗਧਾ, ਪਰ ਇੱਥੇ ਇਸ ਪ੍ਰਕਾਰ ਹੀ ਅੰਕਿਤ ਹੋਇਆ ਹੈ। ਉਸੇ ਤਰ੍ਹਾਂ ਆਪਾਂ ਪੜ੍ਹਾਂਗੇ। ਹੱਥ ਗਰਤਬ ਕੇ ਗੁਣ। ਹੁਣ ਖੋਤੇ ਦੇ ਗੁਣ ਵਰਣਨ ਕਰਦੇ ਕਹਿੰਦੇ, 2 ਹੋਰਾ ਸੀਤ ਉਸਨ ਸਿਰ ਪਾਰਸ ਹੈ। ਹੁਣ ਖੋਤੇ ਦੇ ਗੁਣ ਦੱਸਦੇ ਆ ਵੀ ਜਿਵੇਂ ਗਧਾ ਸੀਤ ਠੰਡ, ਤਾਂ ਸਰਦੀ, ਉਸਨ ਨਾਮ ਗਰਮੀ ਦਾ। ਸਰਦੀ ਤੇ ਗਰਮੀ ਜਿਵੇਂ ਆਪਣੇ ਸਿਰ ਉੱਪਰ ਸਹਿ ਸਹਾਰਦਾ ਹੈ। ਥਾਕੇ ਭਾਰ ਚਲਾਏ, ਥੱਕਿਆ ਹੋਇਆ ਵੀ ਜਿਹੜਾ ਭਾਰ ਬੋਝ ਆ, ਉਹ ਚੁੱਕ ਕਰਕੇ ਲੈ ਕਰਕੇ ਚਲਾਈ ਚੱਲਿਆ ਜਾਂਦਾ, ਤੁਰਿਆ ਜਾਂਦਾ ਹੈ। ਸੰਤੋਖੀ ਚਾਰਾ ਚਰੈ। ਫਿਰ ਖੋਤਾ ਜਿਹੜਾ ਸੰਤੋਖੀ ਬਹੁਤ ਆ, ਸੰਤੋਖ ਦੇ ਸਹਿਤ ਆਪਣਾ ਚਾਰਾ ਜਿਹੜਾ ਚਰਦਾ ਰਹਿੰਦਾ। ਭਾਵ ਜੋ ਵਿਚਾਰੇ ਨੂੰ ਘਾਹ ਪੱਠਾ ਮਿਲ ਜਾਵੇ ਨਾ, ਉਹੀਓ ਖਾ ਲੈਂਦਾ। ਰੁੱਖਾ ਸੁੱਖਾ ਮਾੜਾ ਚੰਗਾ ਪੱਠਾ ਦੇ ਦੋ, ਖਾ ਕੇ ਤੇ ਸੰਤੋਖੀ ਸਬਰ ਕਰ ਲੈਂਦਾ। ਠੀਕ ਆ ਜੀ, ਇਹ ਨਹੀਂ ਕਹਿੰਦਾ ਵੀ ਮੈਂ ਖਾਣਾ ਨਹੀਂ। ਗਰਤਬ 3 ਸੁਭਾਏ। ਇਹ 3 ਗੁਣ ਗਰਤਬ ਖੋਤੇ ਦੇ ਸੁਭਾਅ ਵਿੱਚ ਹਨ। ਇਹ 3 ਸੁਭਾਅ ਆ ਗਧੇ ਦੇ, ਜਿਹੜੇ ਬੜੇ ਵੱਡੇ ਆ। ਪਹਿਲਾ ਗੁਣ ਤੇ ਗਰਮੀ ਸਰਦੀ ਬਰਦਾਸ਼ਤ ਕਰਦਾ। ਦੂਜਾ ਵਿਚਾਰਾ ਥੱਕਿਆ ਹੋਇਆ ਵੀ ਵੇਖੋ ਭਾਰ ਚਲਾਈ ਜਾਂਦਾ। ਤੀਜਾ ਸਬਰ ਸੰਤੋਖੀ ਰਹਿੰਦਾ। ਇਹ ਬੜੇ ਵੱਡੇ ਗੁਣ ਆ ਪਰਮਾਰਥ ਜਗਤ ਸੰਬੰਧ ਵਿੱਚ ਵੀ। ਜਿਸ ਪ੍ਰਕਾਰ ਵੀ ਖੋਤਾ ਠੰਡ ਤੇ ਗਰਮੀ ਸਰੀਰ ਤੇ ਸਹਾਰ ਕੇ ਥੱਕਿਆ ਹੋਇਆ ਵੀ ਭਾਰ ਚੁੱਕ ਕੇ ਤੁਰਦਾ, ਫਿਰ ਮਾਲਕ ਜੋ ਅੱਗੇ ਪਾ ਦੇਵੇ ਉਹੀ ਸੰਤੋਖ ਨਾਲ ਖਾ ਲੈਂਦਾ। ਜੇਕਰ ਮਾਲਕ ਕੁਝ ਨਾ ਦੇਵੇ ਸਗੋਂ ਘਰੋਂ ਕੱਢ ਦੇਵੇ, ਤਾਂ ਫਿਰ ਰੂੜੀਆਂ ਤੋਂ ਢਿੱਡ ਭਰ ਕੇ ਸੰਤੋਖ ਧਾਰਨ ਕਰ ਲੈਂਦਾ। ਇਸ ਤਰ੍ਹਾਂ ਮਨੁੱਖ ਮਾਤਰ ਨੂੰ ਚਾਹੀਦਾ ਗਰਮੀ ਸਰਦੀ ਭਾਵ ਦੁੱਖ ਸੁੱਖ ਨੂੰ ਸਹਾਰਨ ਦਾ ਸੁਭਾਅ ਰੱਖੇ। ਥੱਕਿਆ ਹੋਇਆ ਵੀ ਕੰਮ ਤੋਂ ਨਾ ਅੱਕੇ
ਅਤੇ ਸੰਤੋਖੀ ਹੋਵੇ। ਇਸ ਤੋਂ ਇਹ ਭਾਵ ਨਹੀਂ ਸਮਝਣਾ ਚਾਹੀਦਾ ਕਿ ਕੁਝ ਕਰਨਾ ਹੀ ਨਹੀਂ ਚਾਹੀਦਾ। ਇਸ ਲਈ ਪਹਿਲਾਂ ਸ਼ੇਰ ਦੇ ਉਦਮ ਗੁਣ ਧਾਰਨ ਕਰਨ ਵਾਲੀ ਸਿੱਖਿਆ ਕਹੀ ਆ। ਜੋ ਉਦਮ ਤੇ ਪ੍ਰਾਲਬਧ ਨਾਲ ਮਿਲੇ ਉਸ ਨਾਲ ਪ੍ਰਸੰਨ ਰਹੇ। ਤੇ ਖੋਤੇ ਵਿੱਚ ਜਿਹੜੇ 3 ਗਾਉਣਿਆਂ ਨੂੰ ਜਿਹੜਾ ਵਾ ਸੰਭਾਲਣੇ ਚਾਹੀਦੇ ਆ। ਮਤਲਬ ਪਰਮਾਰਥ ਤੌਰ 'ਤੇ ਖਾਸ ਤੌਰ ਦੀ ਸਿੱਖਿਆ। ਗਰਮੀ ਸਰਦੀ ਸਿਰ ਉੱਪਰ ਸਾਰੇ। ਇਹ ਨਾ ਕਹੇ ਗਰਮੀ ਪੈਣ ਡਿਆ ਵੀ ਸਰਦੀ ਪੈਣ ਡਿਆ ਵੀ ਸੇਵਾ ਨਹੀਂ ਕਰ ਸਕਦਾ। ਥਾਕੇ ਭਾਰ ਚਲਾਏ। ਇਹ ਨਾ ਆਖੇ ਥੱਕ ਗਿਆ ਹਾਂ ਹੁਣ ਸੇਵਾ ਨਹੀਂ ਹੋ ਸਕਦੀ। ਫਿਰ ਵੀ ਵੱਧ ਤੋਂ ਵੱਧ ਸੇਵਾ ਦਾ ਬੋਝ ਲੈ ਕੇ ਚੱਲਿਆ ਜਾਵੇ, ਤੁਰਿਆ ਜਾਵੇ। ਜੋ ਗੁਰੂ ਘਰੋਂ ਮਿਲਦੀ ਸਹੂਲਤ ਸੁੱਖ ਉਹਨੂੰ ਸੰਤੋਖੀ ਹੋ ਕੇ ਛਕ ਛਕਾ ਲਵੇ। ਰੁੱਖੀ ਮਿਸੀ ਆਪਣੀ ਨਾ ਚਲਾਵੇ। ਜਿਵੇਂ ਲੋਕ ਸਹੂਲਤਾਂ ਲੱਭਦੇ ਗੁਰੂ ਘਰਾਂ ਜਾ ਕੇ, ਏਸੀ ਨਹੀਂ ਹੈਗਾ, ਇੱਥੇ ਆਹ ਨਹੀਂ ਹੈਗਾ, ਜੇ ਨਹੀਂ ਹੈਗਾ। ਇਸ ਤਰ੍ਹਾਂ ਖੋਤੇ ਦੇ ਜਿਹੜੇ 3 ਸੁਭਾਅ ਗੁਣ ਆ ਉਹ ਧਾਰਨ ਕਰਨੇ ਚਾਹੀਦੇ ਆ। ਇਹ ਜਿਹੜਾ ਉਹ ਕਹਿ ਰਹੇ। ਸੋ ਅੱਜ ਆਪਾਂ ਇੱਥੇ ਜਿਹੜੀ ਹੈ ਸਮਾਪਤੀ ਕਰ ਦਈਏ। ਕੱਲ੍ਹ ਆਪਾਂ ਇਹ ਅਧਿਆਇ ਸਮਾਪਤ ਕਰ ਲਵਾਂਗੇ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਹੁਣ ਸਮਾਪਤੀ ਕਰੀਏ ਜੀ। ਦੋਹਰਾ ਸੀਤ ਉਸਨ ਸਿਰ ਪਰ ਸਹੈ, ਥਾਕੇ ਭਾਰ ਚਲਾਏ। ਸੰਤੋਖੀ ਚਾਰਾ ਚਰੈ, ਗਰਤਬ 3 ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।